सतनाम श्री वाहिगुरु साहिब जीओ। गुरपुरा जिन सिमरिया सेई पए निहाल। नानक नाम आराधना कारज आवे रास। कबीर ऐसा बीज बोए बारह मास फलंत। शीतल छाया गहर फल पंखी केल करंत। आई प्रभु शरणागति कृपा निध दयाल। एक अखर हर मन वसत नानक होत निहाल। परम सत्कार जो अकाल पुरख वाहिगुरु जी की अपार बख्शिश दया दृष्टि का सदका जुगो जुग अटल चवर तख्त छतर दे मालक। सत संतोख विचार दे दाते साहिब श्री गुरु ग्रंथ साहिब जी सच्चे पातशाह जियां दे पावन पवित्र बख्शिश भरे चरनां दा आनंद माण रहे। गुरु सवारे गुरु प्यारे सत्कारयोग सतसंगियो दासरे की फतेह प्रवान करो जी। वाहिगुरु जी का खालसा वाहिगुरु जी की फतेह। दास अपनी गल शुरू करे सतगुरां दी बख्शिश नाल। उस तो पहला दो जरूरी बेनतियां रूटीन च करी लियां। जदों सत संगत विच बैठे होइए दो चीज़ां दा विशेष ध्यान रखना। पहली गल गुरु ग्रंथ साहब जी सच्चे पातशाह जी का अदब मन विच लैके बैठना। दूसरी गल संगत की मर्यादा की है। संगत की मर्यादा सत संगत कैसी जानी है जिथे इको नाम बखानी। कोई दुनियावी गल नहीं होनी चाहिए आपस विच दी। कोई ऐसा माहौल ना बने जिहदे नाल डिस्टर्बेंस होवे। गुरु दे अदब विच रह के सत संगत दी मर्यादा दा पालन करांगे। दास दा बोलिया सफल होऊगा, तुहाडा सुनना सफल होगा। दास तो पहला भाई हरजीतपाल सिंह जी ने हरजस कीर्तन राही संगतां नाल सांझ पाई। बाणी कहंदी है गुण गावत मन हरिया होवै, कथा सुनत मल सगली खोवै। वाहिगुरु जी दे गुण गाउण नाल मन खेड़े विच आ जांदा है, हरा भरा हो जांदा। आओ जिन्ना समा हो सतगुर बख्शिश करते ने, जिवें स्टेज ने अलॉट कीता प्रबंध ने, जुड़न दा यतन करिए। सारे प्रेम विच भिज के जुड़न वास्ते उच्चारण करो जी सतनाम श्री वाहिगुरु
ਸੱਚੇ ਪਾਤਸ਼ਾਹ ਜੀ ਨੇ ਔਰ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਵਿੱਚ ਬੰਦੇ ਦੀਆਂ ਦੋ ਨਿਸ਼ਾਨੀਆਂ ਦਸੀਆਂ। ਪਹਿਲੀ ਨਿਸ਼ਾਨੀ ਗੁਰੂ ਨਾਨਕ ਸਾਹਿਬ ਨੇ ਦੱਸੀ ਹੈ ਬੰਦੇ ਦੀ, ਕੁਦਰਤ ਕਰਕੇ ਬਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਪਾਤਸ਼ਾਹ ਕਹਿੰਦੇ ਉਹ ਬੰਦਾ ਹੈ ਜਿਹਨੂੰ ਸਮੇਂ ਦੀ ਵਿਚਾਰ ਹੈ। ਅਜੋਕੇ ਦੌਰ ਵਿੱਚ ਇਹਨੂੰ ਟਾਈਮ ਮੈਨੇਜਮੈਂਟ ਕਹਿ ਦਿੰਦੇ। ਦੂਸਰੀ ਨਿਸ਼ਾਨੀ ਭਗਤ ਜੀ ਨੇ ਦੱਸੀ, ਕਿਉਂਕਿ ਉਹਨਾਂ ਦਾ ਦਿਹਾੜਾ ਵੀ ਹੈ, ਉਹਨਾਂ ਨੂੰ ਯਾਦ ਕਰ ਰਹੇ ਹਾਂ ਅਸੀਂ। ਕਹਿੰਦੇ ਬੰਦੇ ਬੰਦਗੀ ਇਖਤਿਆਰ। ਕਹਿੰਦੇ ਜੀ ਬੰਦਾ ਬਣਾਇਆ ਤੈਨੂੰ ਪਰਮੇਸ਼ਰ ਨੇ ਤਾਂ ਉਹਦਾ ਸਿਮਰਨ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ। ਇਹ ਨਾਲ ਬੜੀ ਕਮਾਲ ਦੀ ਗੱਲ ਕਹੀ ਭਗਤ ਜੀ ਨੇ। ਕਹਿੰਦੇ ਸਾਹਿਬ ਰੋਸ ਧਰੋ ਕੇ ਪਿਆਰ। ਪਰਮਾਤਮਾ ਤੈਨੂੰ ਪਿਆਰ ਕਰੇ, ਤੇਰੇ ਨਾਲ ਗੁੱਸੇ ਹੋਵੇ, ਤੂੰ ਬੰਦਗੀ ਨਹੀਂ ਛੱਡਣੀ। ਅਸੀਂ ਨਾਰਾਜ਼ ਹੋ ਜਾਂਦੇ ਹਾਂ ਕਈ ਵਾਰੀ ਛੋਟੀ ਮੋਟੀ ਗੱਲ ਪਿੱਛੇ। ਪਰਮਾਤਮਾ ਦੀ ਪਲੈਨ ਨੂੰ ਸਮਝਣਾ ਇੰਨਾ ਸੁਖਾਲਾ ਨਹੀਂ ਹੈ। ਇਸ ਕਰਕੇ ਭਗਤ ਜੀ ਕਹਿੰਦੇ ਉਹਦੀ ਰਜ਼ਾ ਵਿੱਚ ਰਹਿ, ਬੰਦਗੀ ਕਰਿਆ ਕਰ। ਤੇ ਬੰਦਗੀ ਉਹਨਾਂ ਚਿਰ ਹੀ ਕੀਤੀ ਜਾ ਸਕਦੀ ਹੈ। ਗੁਰੂ ਅਰਜਨ ਸੱਚੇ ਪਾਤਸ਼ਾਹ ਕਹਿੰਦੇ ਜਿੰਨਾ ਚਿਰ ਤੇਰੇ ਸਵਾਸ ਚੱਲਦੇ। ਕੁਦਰਤ ਕੀਮ ਨਾ ਜਾਣੀਐ, ਵੱਡਾ ਵੇਖ ਪ੍ਰਵਾਹ, ਉਹ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਤੇ ਬਾਣੀ ਦੇ ਅਰਥ ਬਾਣੀ ਕਰਦੀ ਹੈ ਗੁਰਮੁਖੋ। ਜਿੱਥੋਂ ਤੱਕ ਸਾਹ ਲੈਣ ਦਾ ਸਵਾਲ ਹੈ ਨਾ, ਜੇ ਅਸੀਂ ਲੈਂਦੇ ਹੋਈਏ ਤਾਂ ਕਾਹਨੂੰ ਬੰਦ ਹੋਣ ਦੇਈਏ? ਫਿਰ ਤਾਂ ਅਸੀਂ ਚਾਲੂ ਰੱਖੀਏ ਆਪਣਾ ਸਾਹ। ਪਾਤਸ਼ਾਹ ਕਹਿੰਦੇ ਸਾਹ ਲੈਂਦੇ ਸਭ ਲਵਾਇਆ। ਇਹ ਸਵਾਸ ਹੈ ਜਿਹੜਾ ਉਹਦੇ ਹੁਕਮ ਵਿੱਚ ਚੱਲ ਰਿਹਾ। ਤੇ ਪਾਤਸ਼ਾਹ ਦਾ ਇੱਕ ਸ਼ਬਦ ਧਨਾਸਰੀ ਰਾਗ ਦਾ ਲੈ ਕੇ ਉਹਦੀ ਰੋਸ਼ਨੀ ਵਿੱਚ ਵਿਚਾਰ ਕਰੀਏ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ, ਗੱਲ ਸਾਰੀ ਨਜ਼ਰ ਦੀ ਹੈ। ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਣੀ ਜ਼ਰੂਰੀ ਹੈ। ਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਕਦੋਂ ਹੁੰਦੀ ਹੈ? ਜਦੋਂ ਕੋਈ ਗੁਰ ਪ੍ਰਸਾਦ ਦਾ ਪਾਤਰ ਬਣ ਜਾਂਦਾ। ਪਾਤਸ਼ਾਹ ਕਹਿੰਦੇ ਨਜ਼ਰ ਕਰੇ ਤਾਂ ਸਿਮਰਿਆ ਜਾਏ। ਤੁਸੀਂ ਆਪਣੇ ਜੀਵਨ ਵਿੱਚ ਝਾਤ ਮਾਰ ਕੇ ਦੇਖ ਲਓ। ਬੜੇ ਪੜ੍ਹੇ ਲਿਖੇ ਅਨੁਭਵੀ ਸੱਜਣ ਬੈਠੇ ਹੋ, ਯਤਨ ਕਰਕੇ ਨਹੀਂ ਸਿਮਰਿਆ ਜਾਂਦਾ, ਬਖਸ਼ਿਸ਼ ਨਾਲ ਹੀ ਸਿਮਰਿਆ ਜਾਂਦਾ। ਬਾਣੀ 'ਚ ਸਾਫ਼-ਸਾਫ਼ ਲਿਖਿਆ, ਮਤਾ ਕਰੀ ਪੱਛਮ ਕੇ ਤਾਈ ਪੂਰਬ ਹੀ ਲੈ ਜਾ। ਬੰਦਾ ਸਲਾਹ ਕਰਦਾ ਹੈ ਕਿ ਪੱਛਮ ਵਾਲੇ ਪਾਸੇ ਜਾਣਾ ਹੈ, ਪਰ ਲੈ ਜਾਂਦਾ ਪੂਰਬ ਵਾਲੇ ਪਾਸੇ। ਉਹਦੀ ਮਿਹਰ ਦੀ ਨਿਗਾਹ ਤੋਂ ਬਿਨਾ ਸਿਮਰਨ ਨਹੀਂ ਹੁੰਦਾ। ਬਾਣੀ 'ਚੋਂ ਹੋਰ ਪ੍ਰਮਾਣ ਲੈ ਲਓ। ਪਾਤਸ਼ਾਹ ਕਹਿੰਦੇ ਸਿਮਰਨ ਤੇ ਲਾਗੇ ਜਿਨ ਆਪ ਦਇਆਲਾ। ਸਿਮਰਨ ਉਹੀ ਕਰਦੇ ਨੇ ਜਿਨ੍ਹਾਂ ਤੇ ਤੂੰ ਆਪ ਦਇਆ ਕਰਦਾ। ਤੂੰ ਚਿੱਤ ਆਵੇ ਤੇਰੀ ਮਾਇਆ। ਮਾਇਆ ਕਹਿੰਦੇ ਨੇ ਮਿਹਰ। हे ਵਾਹਿਗੁਰੂ ਜੀ, ਜੇ ਤੂੰ ਚੇਤੇ ਆ ਰਿਹਾ ਹੈ ਤਾਂ ਬਸ ਇਹ ਤੇਰੀ ਮਿਹਰ ਹੀ ਹੈ, ਤੇਰੀ ਕਿਰਪਾ ਹੀ ਹੈ। ਤੇ ਪਾਤਸ਼ਾਹ ਕਹਿੰਦੇ ਜਦੋਂ ਉਹਦੀ ਨਜ਼ਰ ਵਿੱਚ ਆ ਕੇ ਉਹਦੀ ਬਖਸ਼ਿਸ਼ ਦਾ ਪਾਤਰ ਬਣ ਕੇ ਕੋਈ ਸਿਮਰਨ ਕਰਦਾ ਹੈ ਨਾ, ਫਿਰ ਆਤਮਾ ਦਰਵੈ ਰਹਿ ਲਿਵਲਾਏ। ਐਸਾ ਪ੍ਰਾਣੀ ਆਤਮਕ ਤਲ ਤੇ ਪਿਘਲ ਜਾਂਦਾ ਹੈ।
ਨਰਮ ਹੋ ਜਾਂਦਾ ਹੈ, ਉਹਦੀ ਕਠੋਰਤਾ ਖਤਮ ਹੋ ਜਾਂਦੀ। ਇਹ ਉਹਦੀ ਸੁਰਤ ਹੈ ਜਿਹੜੀ ਉਹ ਪ੍ਰਭੂ ਚਰਨਾਂ ਵਿੱਚ ਜੁੜ ਜਾਂਦੀ। ਸਿਆਣੇ ਬੈਠਿਓ, ਕਠੋਰਤਾ ਦੀ ਜਿਹੜੀ ਤੁਲਨਾ ਹੈ ਨਾ ਉਹ ਪੱਥਰ ਨਾਲ ਕੀਤੀ ਗਈ, ਤੇ ਪੱਥਰ ਗੁਰਮੁਖੋ ਉਸ ਤਾਸੀਰ ਦਾ ਨਾਂ ਹੈ। ਜੇ ਤੁਸੀਂ ਪੀਸ ਕੇ ਵੀ ਪਾਣੀ 'ਚ ਪਾ ਦਿਓ ਨਾ ਤਾਂ ਡੁੱਬ ਜਾਂਦਾ। ਇਸੇ ਕਰਕੇ ਬਾਣੀ 'ਚ ਬਚਨ ਵੀ ਕੀਤੇ ਆ ਸਤਿਗੁਰਾਂ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੀਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜਦੋਂ ਕੋਈ ਆਤਮਿਕ ਤਲ ਤੇ ਪਿਘਲ ਜਾਂਦਾ ਹੈ, ਕਠੋਰਤਾ ਮੁੱਕ ਜਾਂਦੀ ਹੈ, ਉਹਦੀ ਜਿਹੜੀ ਸੁਰਤ ਹੈ ਉਹ ਪ੍ਰਭੂ ਚਰਨਾਂ ਵਿੱਚ ਜੁੜ ਜਾਂਦੀ। ਪਾਤਸ਼ਾਹ ਫੇਰ ਕਹਿੰਦੇ ਆਤਮਾ ਪ੍ਰਾਤਮਾ ਏਕੋ ਕਰੈ। ਐਸਾ ਜਿਹੜਾ ਪ੍ਰਾਣੀ ਹੈ ਨਾ, ਇੱਥੇ ਪ੍ਰਾਤਮਾ ਜਿਹੜੀ ਤੁਹਾਡੇ ਚੋਂ ਗੁਰਮੁਖ ਪਾਠ ਕਰਨ ਵਾਲੇ ਨੇ ਨਾ, ਉਹਨਾਂ ਦੇ ਚਰਨਾਂ 'ਚ ਬੇਨਤੀ, ਇਹਦਾ ਭਾਵ ਪਰਮਾਤਮਾ ਨਹੀਂ ਹੈ, ਪਰ ਆਤਮਾ। ਆਪਣੇ ਆਪੇ ਨੂੰ ਤੇ ਦੂਜੇ ਦੇ ਆਪੇ ਨੂੰ ਇੱਕ ਕਰ ਲੈਣਾ। ਜਿਹੜੀ ਗੱਲ ਮੈਨੂੰ ਤਕਲੀਫ ਦੇਊਗੀ, ਸੁਭਾਵਿਕ ਹੈ ਉਹ ਦੂਜੇ ਨੂੰ ਵੀ ਦੇਊਗੀ। ਜਦੋਂ ਇਸ ਤਰ੍ਹਾਂ ਕੋਈ ਇਸ ਤਲ ਤੇ ਜਿਉਂਦਾ ਹੈ ਨਾ ਕਿ ਮੇਰੀ ਵਜ੍ਹਾ ਨਾਲ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ, ਆਪਣੇ ਆਪੇ ਨੂੰ ਦੂਜੇ ਦੇ ਆਪੇ ਨਾਲ ਮਿਲਾ ਦਿੰਦਾ ਹੈ, ਫਿਰ ਸਤਿਗੁਰ ਕਹਿੰਦੇ ਅੰਤਰ ਕੀ ਦੁਬਿਧਾ ਅੰਤਰ ਮਰੈ। ਇਹ ਜਿਹੜਾ ਡੁਅਲਟੀ, ਜਿਹੜਾ ਦੋਗਲਾਪਣ ਚੱਲ ਰਿਹਾ ਹੁੰਦਾ ਹੈ ਨਾ ਅੰਦਰ, ਉਹ ਬਾਹਰ ਪ੍ਰਗਟ ਨਹੀਂ ਹੁੰਦਾ। ਜਿਹੜਾ ਦੁਵਿਧਾ ਵਾਲਾ ਬੰਦਾ ਹੈ, ਦੁਚਿੱਤੀ 'ਚ ਰਹਿੰਦਾ ਹੈ, ਬਹੁ ਗਿਣਤੀ ਸੰਸਾਰ ਰਹਿੰਦਾ ਹੀ ਹੈ, ਕੋਈ ਬਖਸ਼ੀ ਹੋਈ ਰੂਹ ਤੁਹਾਡੇ 'ਚ ਹੋ ਸਕਦੀ, ਉਹ ਧਨਤਾ ਦੇ ਯੋਗ, ਨਹੀਂ ਤਾਂ ਸਾਰਾ ਦਿਨ ਦੁਬਿਧਾ ਹੀ ਹੈ, ਦੋਗਲਾ ਪਾਣੀ ਹੈ। ਪਤਾ ਨਹੀਂ ਐ ਹੋਊਗਾ ਕਿ ਨਹੀਂ, ਪਤਾ ਨਹੀਂ ਗੁਰੂ ਸਾਹਿਬ ਕਿਰਪਾ ਕਰਨਗੇ ਕਿ ਨਹੀਂ, ਹਜਮ ਕਰ ਲਿਓ। ਕਈ ਤਾਂ ਕਹਿਣਗੇ ਪਤਾ ਨਹੀਂ ਰੱਬ ਹੁੰਦਾ ਹੈ ਕਿ ਨਹੀਂ। ਐਡਾ ਵੱਡਾ ਦੋਗਲਾਪਣ ਅਸੀਂ ਯਕੀਨ ਹੀ ਨਹੀਂ ਕਰਿਆ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਨੇ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਦੀ, ਤੇ ਜਿਨ੍ਹਾਂ ਨੂੰ ਲੋਕ ਅਮਰੂ ਨਿਮਾਣਾ ਤੇ ਨਿਥਾਵਾਂ ਕਹਿੰਦੇ ਸੀ, ਗੁਰੂ ਨਾਨਕ ਦੇ ਘਰ ਦੇ ਵਾਰਸ ਬਣ ਗਏ। ਅਸੀਂ ਪੁੱਛਦੇ ਫਿਰਦੇ ਹਾਂ, ਕਹਿੰਦੇ ਸੇਵਾ ਦਾ ਫਲ ਮਿਲੂਗਾ ਕਿ ਨਹੀਂ ਮਿਲੂਗਾ। ਸੇਵਾ ਕੀਤੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਤੇ ਕੈਸੀ ਰਹਿਮਤ ਹੋਈ। ਘੁਗਣੀਆਂ ਵੇਚਣ ਵਾਲਾ ਬਾਲਕ ਅੱਜ ਦੁਨੀਆ 'ਚ ਕੋਈ ਹੋਰ ਕਿਤੇ ਭੁੱਖਾ ਸੌਂ ਸਕਦਾ ਹੈ, ਗੁਰੂ ਰਾਮਦਾਸ ਦੇ ਦਰ ਤੇ ਕੋਈ ਭੁੱਖਾ ਨਹੀਂ ਸੌਂਦਾ। ਐਸੀ ਰਹਿਮਤ। ਚਲੋ ਟੂਕ ਮਾਤਰ ਲਵਾਂ ਗੱਲ, ਕਿਉਂਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਐਸਾ ਜ਼ਿਕਰ ਆਉਂਦਾ ਹੈ ਕਿ ਜਦੋਂ ਸ਼ਾਮਾਂ ਦੇ ਦੀਵਾਨ ਹੁੰਦੇ ਸੀ ਨਾ, ਸਤਿਗੁਰ ਕਥਾ ਕਰਦੇ ਤੇ ਫਿਰ ਸਿੱਖਾਂ ਨੂੰ ਕਹਿੰਦੇ ਬਈ ਜੇ ਕਿਸੇ ਨੇ ਕੋਈ ਸਵਾਲ ਕਰਨਾ ਹੋਵੇ ਨਾ ਤੇ ਬਿਨਾਂ ਸੰਕੋਚ ਦੇ ਕਰ ਸਕਦਾ। ਇਹ ਮੁੱਕ ਗਈਆਂ ਸਾਡੇ 'ਚ ਹੁਣ ਗੱਲਾਂ, ਵੈਸੇ ਹੋਣੀ ਚਾਹੀਦੀ ਹੈ। ਬੋਲਣ ਵਾਲੇ ਪਤਾ ਨਹੀਂ ਕੀ ਬੋਲ ਕੇ ਤੁਰ ਜਾਂਦੇ ਐ ਤੇ ਅਸੀਂ ਸੁਣ ਕੇ ਤੁਰ ਜਾਂਦੇ। ਜੇ ਕੋਈ ਦੁਵਿਧਾ ਹੋਵੇ ਤਾਂ ਜ਼ਰੂਰ ਪੁੱਛਣਾ ਚਾਹੀਦਾ। ਇੱਕ ਸਿੱਖ ਸੋਚਿਆ ਕਰੇ ਰੋਜ਼ ਕਿ ਅੱਜ ਮੈਂ ਸਵਾਲ ਪੁੱਛਣਾ ਹੈ, ਪਰ ਉਹਦੇ ਸਵਾਲ ਬੜੇ ਇਕੱਠੇ ਹੋ ਗਏ, 5 ਸਵਾਲ ਇਕੱਠੇ ਹੋ ਗਏ। ਇਹ ਸੰਗਦਾ ਇੱਕ ਦਿਨ ਹੱਥ ਜੋੜ ਕੇ ਖੜਾ ਹੋ ਗਿਆ, ਕਹਿੰਦਾ ਮੇਰੀ ਪੀਰੀ ਦੇ ਮਾਂ
ਪਾਤਸ਼ਾਹ ਮੇਰੇ ਕੱਲੇ ਦੇ ਹੀ 5 ਸਵਾਲ, ਧਿਆਨ ਵਧਾਇਓ ਗੁਰੂ ਕੋਲ। ਸਤਿਗੁਰ ਮੁਸਕਰਾ ਕੇ ਕਹਿੰਦੇ ਭਾਈ ਤੂੰ ਕੀ ਕਰ, ਕਹਿੰਦਾ ਸੱਚੇ ਪਾਤਸ਼ਾਹ ਗੁਰੂ ਕੌਣ? ਧਿਆਨ ਦਿਓ ਗੁਰਮੁਖੋ, ਪਾਤਸ਼ਾਹ ਕਹਿੰਦੇ ਭਾਈ ਗੁਰੂ ਬਹੁਤ ਬਣ ਬਹਿੰਦੇ ਆ ਸੰਸਾਰ 'ਚ, ਪਰ ਸਹੀ ਮਾਇਨਿਆਂ 'ਚ ਜੇ ਕਿਸੇ ਨੂੰ ਗੁਰੂ ਕਿਹਾ ਜਾ ਸਕਦਾ ਹੈ ਤਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ। ਕਹਿਣ ਨੂੰ ਗੁਰੂ ਅੰਗਦ ਸੱਚੇ ਪਾਤਸ਼ਾਹ, ਸਾਰੇ ਗੁਰੂ ਸਾਹਿਬਾਨ ਗੁਰੂ ਨੇ ਜੋਤ ਇੱਕ ਹੈ, ਪਰ ਕਦੋਂ ਬਣੇ? ਜਦੋਂ ਗੁਰੂ ਨਾਨਕ ਦੀ ਬਖਸ਼ਿਸ਼ ਹੋਈ। ਧੁਰ ਦਰਗਾਹ ਤੋਂ ਤਾਂ ਗੁਰੂ ਨਾਨਕ ਹੀ ਗੁਰੂ ਬਣ ਕੇ ਆਏ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਨਮ ਤੋਂ ਹੀ ਗੁਰੂ। ਸਿੱਖ ਨੇ ਦੂਸਰਾ ਸਵਾਲ ਕੀਤਾ, ਸੱਚੇ ਪਾਤਸ਼ਾਹ ਫਿਰ ਸਿੱਖ ਕੌਣ ਹੋਇਆ? ਹੁਣ ਖਿਮਾ ਕਰ ਦਿਓ, ਕਹਿਣ ਨੂੰ ਅਸੀਂ ਵੀ ਸਿੱਖ ਹਾਂ ਸਾਰੇ, ਪਰ ਸਿੱਖ ਹੁੰਦਾ ਪਤਾ ਹੈ ਕੌਣ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹੜਾ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਨੂੰ ਸਿੱਖ ਲਵੇ, ਇਨ ਬਿਨ ਮੰਨ ਲਵੇ। ਹਰਗੋਬਿੰਦ ਸਾਹਿਬ ਕਹਿੰਦੇ ਵੀ ਸਿੱਖਾ ਗੁਰੂ ਅੰਗਦ ਸੱਚੇ ਪਾਤਸ਼ਾਹ ਸੱਚੇ ਸਿੱਖ ਹੋਏ, ਜਿਨ੍ਹਾਂ ਵਾਸਤੇ ਭੱਟ ਸਾਹਿਬਾਨ ਨੇ ਕਹਿਤਾ ਪੁੱਤਰੀ ਕੌਲ ਨਾ ਪਾਲਿਓ। ਪੁੱਤਰਾਂ ਨੇ ਜਿਹੜੀ ਗੱਲ ਨਹੀਂ ਮੰਨੀ ਨਾ ਗੁਰੂ ਨਾਨਕ ਸਾਹਿਬ ਦੇ, ਸਿੱਖ ਬਣ ਕੇ ਬਾਬਾ ਲਹਿਣਾ ਜੀ ਨੇ ਮੰਨੀ ਤੇ ਹਰ ਗੱਲ ਮੰਨੀ। ਸਿੱਖ ਨੇ ਤੀਜਾ ਸਵਾਲ ਕੀਤਾ, ਕਹਿੰਦੇ ਸਤਿਗੁਰ ਦੇ ਸੇਵਕ ਕੌਣ ਹੋਇਆ? ਪਾਤਸ਼ਾਹ ਕਹਿੰਦੇ ਸੇਵਕ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਐਨੀ ਚਿੱਤ ਲਾ ਕੇ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾ। ਐਵੇਂ ਨਹੀਂ ਤਾਂ ਦੇਖਦੇ ਹੀ ਰਹਿੰਦੇ ਆਪਾਂ, ਕਿਤੇ ਕੱਪੜਿਆਂ ਨੂੰ ਲੱਗ ਹੀ ਨਾ ਜਾਵੇ। ਵਿਆਸ ਦਰਿਆ ਤੋਂ ਗਾਗਰ ਲਿਆਉਣੀ ਤੇ ਸਤਿਗੁਰਾਂ ਦੇ ਰੋਜ਼ ਇਸ਼ਨਾਨ ਕਰਾਉਣੇ 12 ਸਾਲ, ਕੋਈ ਛੋਟੀ ਗੱਲ? ਤੇ ਲੋਕਾਂ ਦੇ ਮਿਹਣੇ ਵੀ ਸੁਣਨੇ। ਕਹਿੰਦੇ ਅਮਰੂ ਨਿਮਾਣਾ ਨਥਾਵਾਂ ਕੁੜਮਾਂ ਦੇ ਦਰ ਤੇ ਚਾਕਰੀ ਕਰਦਾ ਫਿਰਦਾ। ਸਿੱਖ ਨੇ ਚੌਥਾ ਸਵਾਲ ਕੀਤਾ, ਸਤਿਗੁਰੂ ਰਿਸ਼ਤੇਦਾਰ ਕੌਣ ਹੋਇਆ? ਪਾਤਸ਼ਾਹ ਕਹਿੰਦੇ ਰਿਸ਼ਤੇਦਾਰੀ ਨਿਭਾਈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ। ਪਤਾ ਹੀ ਹੈ ਸਾਡੇ ਤੁਹਾਡੇ ਸਾਰਿਆਂ ਦੇ ਜਮਾਈ ਹੁੰਦੇ ਹੀ ਹੈ, ਮਨਾ ਕੇ ਰੱਖਣਾ ਬੜਾ ਔਖਾ ਹੈ। ਤੇ ਜਦੋਂ ਸੱਦਿਆ ਸੀ ਨਾ ਗੁਰੂ ਅਮਰਦਾਸ ਸਾਹਿਬ ਨੇ, ਮਾਤਾ ਜੀ ਨੇ ਕਹਿਤਾ ਕਹਿੰਦੇ ਬਾਰ ਚਾਹੀਦਾ ਬੀਬੀ ਭਾਨੀ ਵਾਸਤੇ ਤੇ ਉਹ ਮੁੰਡੇ ਵਰਗਾ ਹੋਵੇ, ਜੇਠੇ ਵਰਗਾ। ਭਾਈ ਜੇਠਾ ਜੀ ਸੀ ਪਹਿਲਾ ਨਾਮ ਸਤਨਾਮ। ਗੁਰੂ ਅਮਰਦਾਸ ਸਾਹਿਬ ਹੱਸ ਕੇ ਕਹਿੰਦੇ ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਪਾਇਆ। ਕਹਿੰਦੇ ਤਾਂ ਖੇਡ ਬਣਾਈ ਹੈ ਉਸ ਪਰਮੇਸ਼ਰ ਨੇ, ਇੱਕ ਵਰਗਾ ਦੂਜਾ ਬਣਾਇਆ ਹੀ ਨਹੀਂ। ਵਿਗਿਆਨ ਮੰਨਦੀ ਹੈ ਇੱਕ ਦਰਖਤ ਦੇ 2 ਪੱਤੇ ਨਹੀਂ ਇੱਕੋ ਜਿਹੇ ਹੁੰਦੇ। ਤੁਸੀਂ ਹੈਰਾਨ ਹੋਵੋਗੇ ਰੇਤੇ ਦੇ 2 ਕਣ ਇੱਕੋ ਜਿਹੇ ਨਹੀਂ ਹੁੰਦੇ। ਤੇ ਬਾਦਸ਼ਾਹ ਕਹਿੰਦੇ ਫਿਰ ਇਹਦੇ ਵਰਗਾ ਤਾਂ ਪਰਮੇਸ਼ਰ ਨੇ ਇਹਨੂੰ ਹੀ ਬਣਾਇਆ। ਤੇ ਜਦੋਂ ਸੱਦਿਆ ਨਾ, ਕਹਿੰਦੇ ਆ ਜਾ ਜੇਠਿਆ ਤੇਰੀ ਸੇਵਾ ਪੂਰੀ ਹੋ ਗਈ। ਸੇਜਲ ਹੋ ਗਈ ਅੱਖਾਂ, ਸਤਿਗੁਰੂ ਕੋਈ ਗਲਤੀ ਹੋ ਗਈ, ਸੇਵਾ ਤੋਂ ਮਨਾ ਕਰ ਦਿੱਤਾ। ਕਹਿੰਦੇ ਨਹੀਂ ਪੂਰੀ ਹੋ ਗਈ।
कहते जी दे जेड़ा कुछ मर्जी देव पर सेवा इसी तरह ही मैं करता रहूं। जमाई होके फिर टोकरियां ढोलियां गोइंदवाल साहब की धरती, रिश्तेदारी निभाई। पांचवा सवाल सिख ने किया, सच्चे पातशाह शहीद कौन? ये शहीद होए है गुरु अर्जन सच्चे पातशाह। साबर सिदक शहीद भरम भौ होबना। भाई गुरदास जी, शहीद गुरमुखों कौन हो सकता है? जिन्हों जिउण तो सबर आ जाए ते सिदक वास्ते सच्चाई वास्ते जिहड़ा आपां कुर्बान कर दे, ਉਹਦੇ ਭਰਮ ਭੁਲੇਖੇ ਸਾਰੇ ਨਿਕਲ ਜਾਂਦੇ। ਔਖਾ ਕੰਮ ਹੈ। ਅਸੀਂ ਜਦੋਂ ਕੋਈ ਬੱਚਾ ਵੀ ਸਾਨੂੰ ਫਤਿਹ ਬੁਲਾਉਂਦਾ ਜਾਂ ਸਤਿ ਸ੍ਰੀ ਅਕਾਲ ਕਰਦੇ ਤੇ ਪਹਿਲੀ ਗੱਲ ਕਹਿੰਦੇ ਆ ਤੇਰੀ ਉਮਰ ਲੰਮੀ ਹੋਵੇ, ਇਹ ਅਸੀਸ ਦਿੰਦੇ। ਸ਼ਹੀਦ ਉਹ ਹੁੰਦੇ ਨੇ ਜਿਨ੍ਹਾਂ ਨੂੰ ਜਿਉਣ ਤੋਂ ਸਬਰ ਆ ਜਾਏ। ਤੇ ਸੱਚ ਜਾਣਿਓ ਆਲਮ ਕਹਿੰਦੇ ਆ, ਕਹਿੰਦੇ ਜਿਹਨੂੰ ਮੌਤ ਦੀ ਸਮਝ ਆ ਗਈ ਨਾ ਜ਼ਿੰਦਗੀ ਦੀ ਸਮਝ ਉਸੇ ਨੂੰ ਹੀ ਆਊਗੀ, ਨਹੀਂ ਵੀ ਸਮਝ ਆਉਣੀ ਜ਼ਿੰਦਗੀ। ਐਵੇਂ ਨਹੀਂ ਕਿਹਾ ਪਾਤਸ਼ਾਹ ਨੇ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ऐसी रहमत दे मालक गुरु हरगोबिंद साहब सच्चे पातशाह जी ने राह दिखाया, साडे सारियां वास्ते चानन बनाया। दुविधा है ना जिहड़ी मूल पंक्ति ते आवां, जदों असीं अपने आपे नूं दूजे दे आपे नाल मिला दिंदे आ, ਇਹ ਕੰਪਲੈਕਸ ਜਦੋਂ ਖਤਮ ਹੋ ਜਾਂਦਾ ਹੈ ਕਿ ਮੈਂ ਸੁਪੀਰੀਅਰ ਹਾਂ, फिर दोगलापन नहीं रहता। अंतर की दुविधा अंतर मरै, फिर जिहड़ा दोगलापन है वो बाहर नहीं प्रगट होंदा, गुरु की कृपा नाल अंदर ही खत्म हो जाता। फिर पातशाह कहते गुर प्रसादी पाया जाए, परिपूर्ण परमात्मा नाल सांझ गुरु की कृपा नाल बनदी। ਪੁੱਛਿਆ ਸੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਵੀ ਕੋਈ ਬਾਣੀ ਦੇ ਅਰਥ ਇੱਕ ਲੰਮੇ ਚ ਕਰ ਸਕਦਾ? ਸਾਰੇ ਇੱਕ ਦੂਜੇ ਦੇ ਮੁਖ ਵੱਲ ਦੇਖਣ ਲੱਗੇ। ਇੱਕ ਝਾੜੂ ਵਰਦਾਰ ਆਇਆ ਤੇ ਆ ਕੇ ਚਰਨ ਪਕੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਸਿਰ ਤੇ ਹੱਥ ਧਰ ਦਿਓ, ਮੈਂ ਕਰ ਦੂੰ। दूसरे हसन ला के, कमाल की गल है, इनू अर्थ किवें आउंदे? ते जदों पुछया सतगुरां ने जानी जान सी, कहना सतगुर बाणी दे अर्थ है गुर प्रसाद। जदों किसी नूं गुरु की किरपा का एहसास हो जाता है, बस उहनूं अर्थ आ जाता, ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰਾ ਗੁਰੂ ਕੀ ਕਹਿਣਾ ਚਾਹੁੰਦਾ ਹੈ। ਗੁਰ ਪ੍ਰਸਾਦੀ ਪਾਇਆ ਜਾਏ, ਗੁਰੂ ਦੀ ਕਿਰਪਾ ਨਾਲ ਹੀ ਪਰਿਪੂਰਨ ਪਰਮਾਤਮਾ ਨਾਲ ਸਾਂਝ ਬਣਦੀ ਹੈ। ਹਰ ਸਿਉ ਚਿਤ ਲਾਗੈ ਫਿਰ ਕਾਲ ਨਾ ਖਾਏ। ਜਿਹਦੀ ਚੇਤਨਾ, ਜਿਹਦਾ ਚਿੱਤ ਉਸ ਹਰੀ ਨਾਲ ਜੁੜ ਗਿਆ, ਜਿਹੜਾ ਸਭ ਨੂੰ ਹਰਾ ਭਰਾ ਕਰਨ ਵਾਲਾ ਹੈ, ਜਿਹੜਾ ਸਭ ਦੇ ਦੁੱਖ ਹਾਰਨ ਵਾਲਾ ਹੈ, ਫਿਰ ਉਹਨੂੰ ਆਤਮਿਕ ਮੌਤ ਦਾ ਡਰ ਨਹੀਂ ਰਹਿੰਦਾ। ਮੌਤ ਦੇ ਭੈ ਤੋਂ ਐਸਾ ਪ੍ਰਾਣੀ ਉੱਚਾ ਉੱਠ ਜਾਂਦਾ ਹੈ। ਪਾਤਸ਼ਾਹ ਕਹਿੰਦੇ ਸੱਚ ਸਿਮਰਿਐ ਹੋਵੇ ਪ੍ਰਗਾਸ। ਜਦੋਂ ਕੋਈ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਨਾ,
ਉਹਦੇ ਅੰਦਰ ਜੀਵਨ ਦੀ ਸੋਝੀ ਆ ਜਾਂਦੀ, ਗਿਆਨ ਦਾ ਚਾਨਣਾ ਹੋ ਜਾਂਦਾ। ਇਹੀ ਗੱਲ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ। ਜਿਹੜੇ ਤੁਹਾਡੇ ਚੋਂ ਨਿਤਨੇਮ ਦੇ ਧਾਰਨੀ ਆ ਉਹ ਜਾਣਦੇ ਹੋਣਗੇ। ਕਿੱਥੋਂ ਸ਼ੁਰੂ ਕਰਾਈ ਹੈ ਪਾਤਸ਼ਾਹ ਨੇ ਯਾਤਰਾ? ਸੱਚ ਤੋਂ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਕਿੱਥੋਂ ਤੱਕ ਲੈ ਗਏ ਮੇਰੇ ਪਾਤਸ਼ਾਹ? ਜੇ ਤੁਸੀਂ ਪੜਾਵਾਰ ਜਪਜੀ ਸਾਹਿਬ ਦੀਆਂ ਪੌੜੀਆਂ ਪੜੋਗੇ ਨਾ ਧਿਆਨ ਨਾਲ, ਸੱਚ ਤੋਂ ਪਾਤਸ਼ਾਹ ਸੱਚਖੰਡ ਤੱਕ ਲੈ, ਤੇ 37ਵੀਂ ਪੌੜੀ ਚ ਸੱਚਖੰਡ ਆਉਂਦਾ। ਉਸ ਤੋਂ ਪਹਿਲਾਂ ਪੜਾ ਨਹੀਂ ਗੁਰਮੁਖੋ, ਪਹਿਲਾ ਧਰਮਖੰਡ। ਜਦੋਂ ਤੈਨੂੰ ਤੇਰੇ ਫਰਜ਼ਾਂ ਦੀ ਪਛਾਣ ਹੋ ਗਈ ਨਾ, ਤੂੰ ਆਪਣੀ ਡਿਊਟੀ ਆਪਣਾ ਫਰਜ਼ ਸੁਚੱਜੇ ਢੰਗ ਨਾਲ ਨਿਭਾਉਣ ਲੱਗ ਗਿਆ, ਇਹਦਾ ਮਤਲਬ ਹੈ ਤੈਨੂੰ ਧਰਮ ਦੀ ਸਮਝ ਆ ਗਈ। ਇਹ ਦੂਸਰੀ ਜਿਹੜੀ ਅਵਸਥਾ ਹੈ ਵਿਸਤਾਰ ਤਾਂ ਜ਼ਿਆਦਾ ਹੈ ਕਿਉਂਕਿ ਸਮਾਂ ਆਪਣੀ ਚਾਲ ਚੱਲਦਾ ਹੈ। ਦੂਸਰੀ ਜਿਹੜੀ ਅਵਸਥਾ ਹੈ ਉਹ ਹੈ ਗਿਆਨ ਖੰਡ ਦੀ। ਜਦੋਂ ਖੁਦਗਰਜੀ ਦੀ ਸਵਾਰਥ ਦੀ ਗੰਢ ਢਿੱਲੀ ਹੋ ਜਾਂਦੀ, ਜਦੋਂ ਸਾਰਿਆਂ 'ਚ ਪਰਮੇਸ਼ਰ ਨਜ਼ਰ ਆਉਂਦਾ ਹੈ, ਉਹਦੀ ਵਿਸ਼ਾਲਤਾ ਨਜ਼ਰ ਆਉਂਦੀ ਹੈ। ਇਹ ਪੌੜੀ ਹੈ ਕੀਤੇ ਦੇਵ ਦਾਨਮ ਮੁਨ ਕੀਤੇ। ਇਹ ਪੂਰੀ ਪੌੜੀ 'ਚ ਵਿਸ਼ਾਲਤਾ ਦਰਸਾਈ ਹੈ ਉਸ ਪਰਮੇਸ਼ਰ। ਤੇ ਫਿਰ ਤੀਸਰਾ ਜਿਹੜਾ ਪੜਾਅ ਹੈ ਉਹ ਹੈ ਸ਼ਰਮ ਖੰਡ। ਸ਼ਰਮ ਖੰਡ ਕੀ ਬਾਣੀ ਰੂਪ, ਜਿੱਥੇ ਜੀਵਨ ਦੀ ਸੋਹਣੀ ਬਨਾਵਟ ਸ਼ੁਰੂ ਹੁੰਦੀ ਹੈ। ਮਿਹਨਤ ਕਰਦਾ ਹੈ ਬੰਦਾ ਕਿ ਕਿਤੇ ਮੈਂ ਆਪਣੇ ਫਰਜ਼ਾਂ ਤੋਂ ਮੁਖ ਨਾ ਮੋੜਨਾ, ਕਿਤੇ ਜਿਹੜਾ ਮੇਰਾ ਗਿਆਨ ਹੈ ਉਹਦੀ ਦਿਸ਼ਾ ਨਾ ਭਟਕ ਜਾਵੇ। ਗਿਆਨ ਬਹੁਤ ਹੈ ਗੁਰਮੁਖੋ ਸੰਸਾਰ, ਬੜੇ ਗਿਆਨੀ, ਪਰ ਲੜਦੇ ਦੇਖੇ ਜਾ ਸਕਦੇ ਨੇ, ਆਪਸ ਵਿੱਚ ਦੀ ਲੜਦੇ। ਉਹ ਕਹਿੰਦਾ ਮੈਂ ਗਿਆਨਵਾਨ ਹਾਂ, ਦੂਜਾ ਕਹਿੰਦਾ ਮੈਂ। ਕਿਸੇ ਆਲਮ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦਾ ਗਿਆਨ ਜੇ ਇੰਨਾ ਹੋਸ਼ਾ ਹੋ ਜੇ ਕਿ ਰੋ ਨਾ ਸਕੇ, ਤੇ ਗਿਆਨ ਜੇ ਇੰਨਾ ਗੰਭੀਰ ਹੋ ਜੇ ਕਿ ਹੱਸ ਨਾ ਸਕੇ, ਗਿਆਨ ਇੰਨਾ ਆਤਮ ਕੇਂਦਰਿਤ ਹੋ ਜੇ, ਸੈਲਫਿਸ਼ ਹੋ ਜੇ ਕਿ ਦੂਜਿਆਂ ਬਾਰੇ ਸੋਚ ਹੀ ਨਾ ਸਕੇ, ਐਸੇ ਗਿਆਨ ਤੋਂ ਅਗਿਆਨ ਚੰਗਾ ਹੈ। ਮਸਕੀਨ ਜੀ ਕਿਆ ਕਰਦੇ, ਕਹਿੰਦੇ ਉਸੇ ਤਰ੍ਹਾਂ ਦਾ ਹੀ ਗਿਆਨ ਹੈ ਜਿਵੇਂ ਘਰ ਦੇ ਚਿਰਾਗ ਨਾਲ ਹੀ ਘਰ ਨੂੰ ਅੱਗ ਲੱਗ ਜੇ। ਇਹ ਜਿਹੜੀਆਂ ਤਿੰਨ ਅਵਸਥਾਵਾਂ ਨੇ ਨਾ ਅਧਿਆਤਮਕ ਮੰਡਲ ਦੀਆਂ, ਇਹਨਾਂ ਤੱਕ ਬੰਦਾ ਡੋਲ ਸਕਦਾ। ਕੋਈ ਚੰਗੀ ਭਲੀ ਡਿਊਟੀ ਕਰਦਾ, ਚੰਗੇ ਫਰਜ਼ ਨਿਭਾਉਂਦਾ, ਮੁਨਕਰ ਹੋ ਸਕਦਾ ਕਿ ਬਥੇਰਾ ਕਰ ਲਿਆ ਹੁਣ ਨਹੀਂ ਕਰਨਾ। ਕਿਸੇ ਦੇ ਗਿਆਨ ਦੀ ਦਿਸ਼ਾ ਵੀ ਭਟਕ ਸਕਦੀ ਹੈ। ਕੋਈ ਮਿਹਨਤ ਤੋਂ ਮੁੱਖ ਮੋੜ ਸਕਦਾ ਹੈ। ਇਹ ਪਹਿਲੇ ਤਿੰਨ ਪੜਾਵਾਂ ਤੋਂ ਜਾ ਕੇ ਵੀ ਗਿਰਾਵਟ ਆ ਸਕਦੀ, ਪਰ ਜਿਹੜਾ ਚੌਥਾ ਪੜਾਅ ਹੈ ਉਹ ਹੈ ਕਰਮਖੰਡ। ਕਰਮਖੰਡ ਕੀ ਹੈ? ਬਖਸ਼ਿਸ਼ ਦੀ ਅਵਸਥਾ। ਮੁਸਲਮਾਨ ਵੀਰ ਇਹ ਸ਼ਬਦ ਵਰਤਦੇ ਨੇ, ਅਰਬੀ ਫਾਰਸੀ ਦਾ। ਉਹ ਕਹਿੰਦੇ ਨੇ ਅੱਲਾਹ ਦਾ ਕਰਮ ਹੈ, ਯਾਨੀ ਕਿ ਅੱਲਾਹ ਦੀ ਬਖਸ਼ਿਸ਼ ਹੈ, ਪਰਮਾਤਮਾ ਦੀ ਬਖਸ਼ਿਸ਼ ਹੈ। ਜਦੋਂ ਕੋਈ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ
ਫਿਰ ਉਹਦੀ ਯਾਤਰਾ ਅੱਗੇ ਦੀ ਸ਼ੁਰੂ ਹੋ ਜਾਂਦੀ ਹੈ, ਫਿਰ ਪਿੱਛੇ ਨਹੀਂ ਮੁੜਦਾ। ਇਹ ਬਖਸ਼ਿਸ਼ ਵਾਲੀ ਅਵਸਥਾ ਹੈ ਕਰਮਖੰਡ, ਤੇ ਫਿਰ ਸੱਚਖੰਡ ਕਿਹੜੀ ਅਵਸਥਾ ਹੈ? ਜਿੱਥੇ ਪਰਮਾਤਮਾ ਨਾਲ ਇੱਕ ਮਿਲਦਾ ਹੈ, ਪਰਮਾਤਮਾ ਨਾਲ ਇੱਕ ਰੂਪ ਹੋ ਜਾਣਾ, ਉਹਨੂੰ ਕਹੀਏ ਸੱਚਖੰਡ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਰੰਕਾਰ। ਬਸ ਫਿਰ ਉੱਥੇ ਹੋਰ ਕੋਈ ਨਹੀਂ। ਫਿਰ ਜਿਵੇਂ ਭਗਤ ਨਾਮਦੇਵ ਜੀ ਦੇ ਮੁਖ ਚੋਂ ਨਿਕਲਿਆ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖ ਚੋਂ ਨਿਕਲਿਆ, ਪੁੱਛਿਆ ਕਿਤੇ ਸੰਗਤ ਚੋਂ ਬੈਠੇ ਗੁਰਮੁਖਾਂ ਨੇ, ਸੱਚੇ ਪਾਤਸ਼ਾਹ ਪਰਮਾਤਮਾ ਨੂੰ ਕਿਹੜੇ ਨਾਮ ਨਾਲ ਬੁਲਾਈਏ? ਕੀ ਨਾਂ ਹੈ ਰੱਬ ਦਾ ਜਿਹਦੇ ਨਾਲ ਬੁਲਾਇਆ ਜਾ ਸਕੇ? ਪਾਤਸ਼ਾਹ ਕਹਿੰਦੇ, ਭਾਈ ਜਿੰਨੇ ਤੁਸੀਂ ਬੈਠੇ ਹੋ ਨਾ ਸਾਹਮਣੇ, ਤੁਹਾਡੇ ਸਾਰਿਆਂ ਦੇ ਜਿਹੜੇ ਨਾਮ ਹੈ ਉਹ ਰੱਬ ਦੇ ਹੀ ਨਾਮ। ਸਿਆਣੇ ਬੈਠੇ ਹੋ, ਕਿਉਂ ਨੇ ਰੱਬ ਦੇ ਨਾਮ? ਜਿਵੇਂ ਦਾਸ ਦਾ ਨਾਮ ਬਲਦੇਵ ਸਿੰਘ ਹੈ, ਪਰ ਉਹਨਾਂ ਚਿਰ ਨਾਮ ਹੈ ਜਿੰਨਾ ਚਿਰ ਅੰਦਰ ਵਾਹਿਗੁਰੂ ਜੀ ਬੈਠੇ ਨੇ। ਜਦੋਂ ਨਿਕਲ ਗਏ ਉਦੋਂ ਕੋਈ ਨਾਮ, ਉਦੋਂ ਮਿੱਟੀ। ਤੇ ਪਾਤਸ਼ਾਹ ਕਹਿੰਦੇ, ਬਲਿਹਾਰੇ ਜਾਉ ਜੇਤੇ ਤੇਰੇ ਨਾਮ। ਜਿੰਨੇ ਵੀ ਤੇਰੇ ਨਾਮ ਨੇ ਨਾ, ਮੈਂ ਸਾਰਿਆਂ ਤੋਂ ਹੀ ਸਦਕੇ ਜਾ। ਕੋਈ ਤੈਨੂੰ ਕਿਸੇ ਨਾਮ ਨਾਲ ਹੀ ਬੁਲਾ ਲੈ। ਭਗਤ ਕਬੀਰ ਜੀ ਵੀ ਕਹਿੰਦੇ ਨੇ ਸਾਨੂੰ ਆਪਣਾ ਭਰਾ ਕਹਿ ਕੇ, ਕਹਿੰਦੇ ਰਾਮ ਸਿਮਰ, ਰਾਮ ਸਿਮਰ, ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿਨ ਗੂੜ ਤੇ ਅਧਿਕਾਈ। ਕਹਿੰਦੇ ਕਣ ਕਣ ਵਿੱਚ ਰਮੇ ਹੋਏ ਵਾਹਿਗੁਰੂ ਜੀ ਦਾ ਸਿਮਰਨ ਕਰ। ਸਿਮਰਨ ਤੋਂ ਬਿਨਾ ਆਪਣੇ ਆਪ ਨੂੰ ਵੱਡਾ ਅਖਵਾਉਣ ਵਾਲੇ ਡੁੱਬਦੇ ਦੇਖੇ ਜਾ ਸਕਦੇ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਤੇ ਸਤਿਗੁਰਾਂ ਦੀ ਸੰਗਤ ਬਖਸ਼ਣਯੋਗ ਹੈ। ਭੁੱਲਾਂ ਮੇਰੀਆਂ, ਉਪਦੇਸ਼ ਸਾਰਾ ਹੀ ਸਤਿਗੁਰਾਂ ਦਾ, ਉਹਨੂੰ ਪੱਲੇ ਬੰਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ